कर रहे हो ਜਿਹੜਾ ਬਹੁਤੇ ਪ੍ਰਵਾਸੀ ਕਰਦੇ ਆ ਜਾਂ ਕਹਿ ਲਈ ਹੋਰ ਸੂਬਿਆਂ ਤੋਂ ਆ ਕੇ ਬਹੁਤੇ ਤਾਂ ਰਾਜਸਥਾਨ ਤੋਂ ਆ ਕੇ ਆਈਸਕ੍ਰੀਮ ਦੀਆਂ ਰੇੜੀਆਂ ਜਾਂ ਇਸ ਤਰ੍ਹਾਂ ਦੀ ਗੱਡੀਆਂ ਲੱਗੀਆਂ ਹੁੰਦੀਆਂ ਤੁਹਾਨੂੰ ਲੱਗਦਾ ਵੀ ਇਹ ਕੰਮ 'ਚ ਮਾਰਜਨ ਹੈਗਾ ਬੱਚਤ ਹੁੰਦੀ ਹੈ ਜਿਹੜੀ ਆਹ ਚੀਜ਼ ਆਪਾਂ ਬਣਾ ਰਹੇ ਹਾਂ ਜੀ ਇਹ ਬਿਲਕੁਲ ਇੱਕ ਪਿਓਰ ਤੇ ਸ਼ੁੱਧ ਚੀਜ਼ ਅਸੀਂ ਬਣਾ ਰਹੇ ਹਾਂ ਜੀ ਦੁੱਧ ਨੂੰ ਕਾੜ ਕੇ ਬਣਾ ਰਹੇ ਹਾਂ ਖੋਏ ਦੇ ਨਾਲ ਬਣ ਰਹੀ ਹੈ ਜੀ ਤੁਸੀਂ ਕਿੰਨੀਆਂ ਆਈਟਮਾਂ ਜਿਹੜੀਆਂ ਤਿਆਰ ਕਰਕੇ ਲਿਆਉਂਦੇ ਹੋ ਸਿੰਘ ਸਾਹਿਬ ਅਸੀਂ ਬਾਬਾ ਜੀ ਇੱਕ ਤਾਂ ਰਬੜੀ ਤਿਆਰ ਕਰਕੇ ਲਿਆ ਰਹੇ ਹਾਂ ਇੱਕ ਬਦਾਮ ਸ਼ੇਕ ਤਿਆਰ ਕਰਕੇ ਲਿਆ ਰਹੇ ਹਾਂ ਆਈਸਕ੍ਰੀਮ ਹੋ ਗਈ ਤੇ ਬਾਕੀ ਆਪਾਂ ਸ਼ੇਕ ਦਿੰਦੇ ਹਾਂ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਤੁਹਾਡੀ ਆਈਸਕ੍ਰੀਮ ਤੇ ਦੂਜੀਆਂ 'ਚ ਫਰਕ ਹੈ ਆਬਵੀਅਸਲੀ ਫਰਕ ਹੈਗਾ ਜੀ ਕੀ ਫਰਕ ਹੈ ਜੀ ਇੱਕ ਆਈਸਕ੍ਰੀਮ 6 ਮਹੀਨੇ ਚੱਲੂਗੀ ਜੀ ਸਾਡੀ ਆਈਸਕ੍ਰੀਮ ਮਸਾ ਹਫਤਾ ਕੱਢਦੀ ਹੈ ਜੀ ਜਿਵੇਂ ਤੁਸੀਂ ਆਪਣੇ ਘਰੇ ਦੁੱਧ ਗਰਮ ਕਰਕੇ ਰੱਖ ਲਓ ਉਹ ਮਸਾ 4 ਦਿਨ ਕੱਢੂਗਾ ਜੀ ਹੈ ਨਾ ਤੇ ਉਹੀ ਚੀਜ਼ ਸਾਡੀ ਹੈ ਜੀ ਅਸੀਂ ਦੁੱਧ ਗਰਮ ਕਰ ਰਹੇ ਹਾਂ ਤੇ ਆਈਸਕ੍ਰੀਮ ਬਣਾ ਰਹੇ ਹਾਂ ਜੀ ਤੇ ਮਸਾਂ 4-5 ਦਿਨ ਮਸਾਂ ਕੱਢਦੀ ਹੈ ਜਿਹੜੀ ਮਾਰਕੀਟ 'ਚ ਆਈਸਕ੍ਰੀਮ ਆਉਂਦੀ ਫਿਰ ਉਹਦੇ 'ਚ ਕੀ ਫਰਕ ਆ ਕੀ ਇਹੋ ਜਿਹਾ ਪਾ ਦਿੰਦੇ ਆ ਵੀ ਉਹ ਮਹੀਨਾ ਕੱਢ ਸਕਦੀ ਹੈ ਉਹਦੇ 'ਚ ਤਾਂ ਆਪਣੀ ਸੋਚਣ ਵਾਲੀ ਥਿੰਕਿੰਗ ਆ ਆਪਣੀ ਤੇ ਜਿਹੜੀ 6 ਮਹੀਨੇ ਕੱਢ ਰਹੀ ਆ ਇੱਕ ਹਫਤਾ ਕੱਢ ਰਹੀ ਆ ਉਹ 'ਚ ਕੁਛ ਨਾ ਕੁਛ ਫਰਕ ਤਾਂ ਹੈਗਾ ਹੀ ਆ ਕੀ ਫਰਕ ਹੈ ਜੀ ਕਿ ਫਰਕ ਤਾਂ ਇਹ ਹੈ ਉਹਦੇ 'ਚ ਕੈਮੀਕਲ ਯੂਜ਼ ਹੋ ਰਿਹਾ ਜੀ ਆ ਜਿਹੜੇ ਆਪਣਾ ਬਾਹਰ ਦੇ ਪ੍ਰਵਾਸੀ ਲੋਕ ਆ ਕੇ ਇੱਥੇ ਕੰਮ ਕਰ ਰਹੇ ਨੇ ਮੈਂ ਅਚਾਨਕ ਉਹਨਾਂ ਕੋਲ ਖੜ ਗਿਆ ਮੈਂ ਵੈਸੇ ਹੀ ਉਹਨਾਂ ਨੂੰ ਪੁੱਛਣ ਲੱਗੀ ਕਿ ਆ ਜਿਹੜੀ ਤੁਸੀਂ ਗੱਡੀ ਦੇ ਵਿੱਚ ਤੁਸੀਂ ਫ੍ਰਿਜ ਧਰਿਆ ਹੋਇਆ ਆ ਤੁਹਾਡਾ ਸੈਟਅਪ ਕਿੰਨੇ ਦਾ ਤਿਆਰ ਹੋਇਆ ਜੇ ਇਦਾਂ ਦੀ ਗੱਡੀ ਸੀ ਉਹ ਵੀ ਤਕਰੀਬਨ ਹੀ ਗੱਡੀ ਸੀ ਮੋਸਟਲੀ ਪੰਜਾਬ ਦੇ ਵਿੱਚ ਪੂਰੇ ਮਤਲਬ ਮੈਨੂੰ ਲੱਗਦਾ ਵੀ ਹਿੰਦੁਸਤਾਨ ਦੇ ਵਿੱਚ ਹੀ ਲੱਗੀਆਂ ਹੋਈਆਂ ਨੇ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਤੁਹਾਡਾ ਫ੍ਰਿਜ ਕਿੰਨੇ ਦਾ ਆ ਸੈਟਅਪ ਕਿੰਨੇ ਦਾ ਤਿਆਰ ਹੋਇਆ ਤੇ ਉਹਨਾਂ ਨੇ ਕਿਸੇ ਨੇ ਵੀ ਮੈਨੂੰ ਸਹੀ ਸਲਾਹ ਨਹੀਂ ਦਿੱਤੀ ਹੈਗੀ ਤੇ ਮੈਂ ਉਹਨਾਂ ਨੂੰ ਫਿਰ ਕਿਹਾ ਉਹ ਕੋਈ ਕਹਿੰਦਾ 25 ਲੱਖ ਦੀ ਗੱਡੀ ਤਿਆਰ ਹੋਈ ਆ ਕੋਈ ਕਹਿੰਦਾ 30 ਲੱਖ ਦੀ ਹੋਈ ਆ ਤੇ ਫ੍ਰਿਜ ਬਾਰੇ ਪੁੱਛਿਆ ਕੋਈ ਕਹਿੰਦਾ 2.5 ਲੱਖ ਦਾ 2.5 ਲੱਖ ਦਾ ਫ੍ਰਿਜ ਆ ਕੋਈ ਕਹਿੰਦਾ 3 ਦਾ ਫ੍ਰਿਜ ਆ ਝੂਠ ਬੋਲਿਆ ਉਹਨਾਂ ਨੇ ਤੁਹਾਨੂੰ ਹਾਂਜੀ ਇਹ ਝੂਠ ਬੋਲ ਰਹੇ ਉਹ ਨਹੀਂ ਚਾਹੁੰਦੇ ਹੈਗੇ ਕਿ ਪੰਜਾਬੀ ਪੰਜਾਬ ਦੇ ਵਿੱਚ ਆਪਣੇ ਹੀ ਪੰਜਾਬ ਦੇ ਵਿੱਚ ਕੰਮ ਕਰਨ ਉਹ ਇਹ ਚਾਹੁੰਦੇ ਨੇ ਵੀ ਅਸੀਂ ਕੰਮ ਕਰੀਏ ਤੇ ਜੇਕਰ ਇਹ ਪੰਜਾਬੀ ਕੰਮ ਕਰਨਗੇ ਤੇ ਸਾਡਾ ਕੰਮ ਖਤਮ ਹੋ ਜਾਊਗਾ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਯਾਰ ਤੁਸੀਂ ਮੈਨੂੰ ਕੰਮ ਸਿਖਾ ਦਿਓ ਤੇ ਮੈਂ ਵੀ ਇਹ ਕੰਮ ਕਰਨਾ ਚਾਹੁੰਦਾ ਆ ਤੇ ਬਈ ਤੁਸੀਂ ਦੱਸੋ ਮੈਂ ਕਿੱਥੇ ਕੰਮ ਸਿੱਖਾਂ ਉਹਨਾਂ ਨੇ ਮੈਨੂੰ ਸਾਫ਼ ਜਵਾਬ ਦਿੱਤਾ ਕਹਿੰਦਾ ਤੁਸੀਂ ਪੰਜਾਬੀ ਕਹਿੰਦਾ ਕੰਮ ਕਰਨ ਦੇ ਯੋਗ ਹੈ ਨਹੀਂ ਤੇ ਫਿਰ ਇੱਕ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਮੈਨੂੰ ਕੰਮ ਸਿਖਾ ਦੋਗੇ ਇਹ ਕਹਿੰਦਾ ਸਾਡੇ ਪਹਿਲਾਂ ਤੁਹਾਨੂੰ ਝੂਠੇ ਭਾਂਡੇ ਧੋਣੇ ਪੈਣਗੇ ਜੀ ਅੱਛਾ ਇਹ ਗੱਲ ਉਹਨਾਂ ਨੇ ਮੈਨੂੰ ਕਹੀ ਆ ਮੈਂ ਬਾਬਾ ਜੀ ਉਸ ਕੰਮ ਲਈ ਵੀ ਰਾਜੀ ਹੋ ਗਿਆ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਮੈਂ ਤੁਹਾਡੇ ਝੂਠੇ ਭਾਂਡੇ ਧੋ ਲੈਣਾ ਤੁਸੀਂ ਮੈਨੂੰ ਕੰਮ ਸਿਖਾਓ ਦੱਸੋ ਮੈਨੂੰ ਕਿੱਥੇ ਜਾਣਾ ਤੇ ਫਿਰ ਉਹਨਾਂ ਨੇ ਇੱਕ ਟਿਕਾਣਾ ਦੱਸਿਆ ਮੈਨੂੰ ਕਹਿੰਦੇ ਇੱਥੇ ਜਾਓ ਤੇ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਕੋਈ ਐਡਰੈਸ ਕੋਈ ਨੰਬਰ ਦੇ ਉਹਨਾਂ ਦਾ ਜਿੱਥੇ ਮੈਂ ਜਾਣਾ ਆ ਤੇ ਉਹ ਬੰਦੇ ਕਹਿੰਦੇ ਉਹਨਾਂ ਨੇ ਕਿਸੇ ਨਾਲ ਗੱਲ ਕੀਤੀ ਜੀ ਤੇ ਮੈਨੂੰ ਕਹਿ ਰਹੇ ਆ ਕਹਿੰਦੇ ਤੁਸੀਂ ਕਹਿੰਦੇ ਤੁਹਾਨੂੰ ਸਰਦਾਰਾਂ ਨੂੰ ਤੁਹਾਨੂੰ ਪੰਜਾਬੀਆਂ ਨੂੰ ਕਹਿੰਦੇ ਅਸੀਂ ਅੰਦਰ ਨਾ ਵੜਨ ਦੀ ਤੇ ਕੰਮ ਸਿਖਾਉਣਾ ਦੂਰ ਦੀ ਗੱਲ ਆ ਤੇ ਮੈਂ ਤਖਤ ਸਾਹਿਬ ਦੇ ਲਾਗੇ ਤੋਂ ਉੱਥੋਂ ਹੀ ਸ਼ੁਰੂਆਤ ਕਰਨੀ ਚਾਹੁੰਦਾ ਸੀਗਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਕੇਸਗੜ੍ਹ ਸਾਹਿਬ ਤੋਂ ਉੱਥੋਂ ਮੈਂ ਸ਼ੁਰੂਆਤ ਕੀਤੀ ਜੀ ਕੰਮ ਦੀ ਤੁਸੀਂ ਅਨੰਦਪੁਰ ਸਾਹਿਬ ਤੋਂ ਸ਼ੁਰੂਆਤ ਕੀਤੀ ਫਿਰ ਇੱਥੇ ਕਿਉਂ ਆ ਗਏ ਤੁਸੀਂ ਇੱਥੇ ਬਾਬਾ ਜੀ ਅਸੀਂ ਇਸ ਲਈ ਆਏ ਆ ਕਿ ਜਿਹੜਾ ਉਹ ਅਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਵੀ ਮੈਨੂੰ ਲੱਗਦਾ ਵੀ ਕੋਈ ਵੀ ਪੰਜਾਬੀ ਕੰਮ ਨਹੀਂ ਕਰ ਸਕਦਾ ਉੱਥੇ ਅਨੰਦਪੁਰ ਸਾਹਿਬ 'ਚ ਪੰਜਾਬੀ ਕੰਮ ਨਹੀਂ ਕਰ ਸਕਦਾ ਖਾਲਸੇ ਦੀ ਜਨਮ ਭੂਮੀ ਹੈ ਜੀ ਖਾਲਸੇ ਦਾ ਘਰ ਅਨੰਦਪੁਰ ਸਾਹਿਬ ਦਾ ਉੱਥੇ ਹੋਰ ਪ੍ਰਵਾਸੀ ਲੋਕ ਰੇੜੀਆਂ ਲਾ ਕੇ ਆਪਣੀਆਂ ਖੜੇ ਆ ਜੀ ਤੇ ਜਦੋਂ ਮੈਂ ਲਾਈ ਜੀ ਉੱਥੇ ਆਪਣੀ ਕਾਇਓਸਕ ਵੈਨ ਮੈਂ ਲਾਈ ਜੀ ਉੱਥੇ ਤੇ ਮੈਨੂੰ ਲੋਕ ਆ ਕੇ ਕਹਿ ਰਹੇ ਨੇ ਤੇ ਤੁਸੀਂ ਇੱਥੋਂ ਚੱਕੋ ਤੇ ਕਹਿੰਦੇ ਤੁਸੀਂ ਪਰੇ ਜਾ ਕੇ ਲਾਓ ਤੁਸੀਂ ਇੱਥੇ ਨਹੀਂ ਕੰਮ ਕਰ ਸਕਦੇ ਤੁਹਾਡਾ ਕਿਸੇ ਨੇ ਸਾਥ ਨਹੀਂ ਦਿੱਤਾ ਮੇਰਾ ਸਾਥ ਤਾਂ ਕਿਸੇ ਨੇ ਨਹੀਂ ਦਿੱਤਾ ਮੈਂ ਉੱਪਰ ਤੱਕ ਵੀ ਪਹੁੰਚ ਕੀਤੀ ਜੀ ਤੇ ਹੁਣ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਜੀ ਉਹਨਾਂ ਲੀਡਰਾਂ ਤੱਕ ਵੀ ਮੈਂ ਗਿਆ ਪਰ ਕਿਸੇ ਨੇ ਸਾਥ ਨਹੀਂ ਦਿੱਤਾ ਜੀ ਬਾਹਰ ਜਾ ਰਹੇ ਨੇ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਤੇ ਵਾਪਸ ਮੁੜ ਆਓ ਤੇ ਜੇਕਰ ਆਪਾਂ ਬਾਹਰ ਜਾਈਏ ਤੇ ਜਿਹੜੇ ਆਪਾਂ ਪੰਜਾਬ ਦੇ ਵਿੱਚ ਕੁਛ ਜਣੇ ਰਹਿ ਜਾਣੇ ਆ ਨਾ ਤੇ ਉਹਨਾਂ ਦਾ ਤਾਂ ਬਹੁਤ ਮਾੜਾ ਹਾਲ ਹੋ ਵੀ ਰਿਹਾ ਤੇ ਹੋਣਾ ਵੀ ਆ ਕਿਉਂਕਿ ਜਿਹੜੇ ਪ੍ਰਵਾਸੀ ਲੋਕ ਨੇ ਅੱਜ ਦੇ ਟਾਈਮ 'ਚ ਸਾਡੇ ਜੁੱਤੀਆਂ ਮਾਰ ਰਹੇ ਨੇ ਸਤਿ ਸ਼੍ਰੀ ਅਕਾਲ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਸਤਨਾਮ ਸਿੰਘ ਹਾਂ ਅੱਜ ਦੇ ਦਿਨਾਂ ਦੇ ਵਿੱਚ ਜਦੋਂ ਪੰਜਾਬ ਦੀ ਨੌਜਵਾਨੀ ਦੀ ਗੱਲ ਆਉਂਦੀ ਹੈ ਤਾਂ ਬਹੁਤ ਸਾਰੇ ਲੋਕ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਨਾਲ ਜੋੜਦੇ ਆ ਦੂਜੇ ਨੰਬਰ ਤੇ ਗੱਲ ਫਿਰ ਇਹ ਆ ਜਾਂਦੀ ਹੈ ਕਿ ਨੌਜਵਾਨੀ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਨੂੰ ਭੱਜ ਰਹੀ ਹੈ ਇੱਕ ਪਾਸੇ ਤਾਂ ਪੰਜਾਬ ਤੋਂ ਜਹਾਜ਼ ਭਰ ਕੇ ਵਿਦੇਸ਼ਾਂ ਨੂੰ ਜਾ ਰਹੇ ਆ ਤਾਂ ਦੂਜੇ ਪਾਸੇ ਟ੍ਰੇਨਾਂ ਭਰ ਕੇ ਦੂਜੇ ਸੂਬਿਆਂ ਤੋਂ ਪੰਜਾਬ ਨੂੰ ਆ ਰਹੀਆਂ ਕਿਹਾ ਇਹ ਜਾਂਦਾ ਕਿ ਹੁਣ ਪੰਜਾਬ ਦੇ ਵਿੱਚ ਕੰਮਕਾਰ ਨਹੀਂ ਰਿਹਾ ਪੰਜਾਬ ਦੇ ਵਿੱਚ ਰੋਜ਼ਗਾਰ ਨਹੀਂ ਰਿਹਾ ਇਸ ਕਰਕੇ ਪੰਜਾਬ ਦੇ ਵਿੱਚ ਕੋਈ ਸਫਲ ਨਹੀਂ ਹੋ ਸਕਦਾ ਪਰ ਫਿਰ ਵੀ ਇੱਕਾ ਦੁੱਕਾ ਲੋਕ ਅਜਿਹੇ ਦੇਖਣ ਨੂੰ ਮਿਲ ਜਾਂਦੇ ਜਿਹੜੇ ਅੱਜ ਵੀ ਪੰਜਾਬ ਦੇ ਵਿੱਚ ਕੰਮਕਾਰ ਕਰ ਰਹੇ ਆ ਉਹਨਾਂ ਦੇ ਵਿੱਚੋਂ ਸਾਡੇ ਨਾਲ ਅੱਜ ਸਿੰਘ ਸਾਹਿਬ ਹੈ ਜਿਨ੍ਹਾਂ ਨੇ ਕਿ ਇਹ ਆਈਸਕ੍ਰੀਮ ਦੀ ਇੱਕ ਸਟਾਲ ਲਾਈ ਹੋਈ ਹੈ ਇੱਕ ਗੱਡੀ ਹੈ ਜਿਹਦੇ ਵਿੱਚ ਇਹ ਆਈਸਕ੍ਰੀਮ ਇੱਥੇ ਵੇਚਦੇ ਆ
ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਵਾਕਿਆ ਹੀ ਪੰਜਾਬ ਦੇ ਵਿੱਚ ਹੁਣ ਰੋਜ਼ਗਾਰ ਨਹੀਂ ਰਿਹਾ, ਵਾਕਿਆ ਹੀ ਪੰਜਾਬ ਦੇ ਵਿੱਚ ਜੋ ਕੰਮ ਕਰਦਾ ਉਹਨੂੰ ਕਮਾਈ ਨਹੀਂ ਰਹੀ। ਇਹ ਜੇ ਕੰਮ ਕਰ ਰਿਹਾ ਤਾਂ ਕਿਸ ਤਰ੍ਹਾਂ ਬਚੇ ਹੋਏ ਆ ਜਾਂ ਕਿੰਨੀ ਕੁ ਕਮਾਈ ਆ, ਉਹ ਗੱਲ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਹਾ ਜਾਂਦਾ ਹੈ ਕਿ ਵੀ ਪੰਜਾਬ ਦੀ ਨੌਜਵਾਨੀ ਧੜਾ ਧੜ ਹੁਣ ਬਾਹਰ ਜਾ ਰਹੀ ਹੈ। ਪੰਜਾਬ 'ਚ ਤਾਂ ਜੀ ਕੰਮ ਨਹੀਂ ਰਿਹਾ, ਇੱਥੇ ਬੱਚਤ ਨਹੀਂ, ਇੱਥੇ ਹੁਣ ਸਰਵਾਈਵ ਕਰਨਾ ਔਖਾ ਹੈ। ਦੂਜੇ ਪਾਸੇ ਟ੍ਰੇਨਾਂ ਭਰ ਕੇ ਯੂਪੀ ਬਿਹਾਰ ਤੋਂ ਹੋਰ ਸੂਬਿਆਂ ਤੋਂ ਪੰਜਾਬ ਨੂੰ ਆ ਰਹੀਆਂ। ਦੇਖੋ ਜੀ, ਸੋਚਣ ਵਾਲੀ ਗੱਲ ਹੈ। ਤੇ ਹੋਰ ਜਿਹੜੇ ਪ੍ਰਵਾਸੀ ਲੋਕ ਹੈਗੇ ਆ, ਇੱਥੇ ਆ ਕੇ ਕੰਮ ਕਰ ਰਹੇ ਨੇ, ਤੇ ਉਹ ਬਾਹਰੋਂ ਆ ਰਹੇ ਨੇ, ਬਾਹਰੋਂ ਆ ਕੇ ਇੱਥੇ ਕੰਮ ਕਰ ਰਹੇ। ਜੇ ਕੰਮ ਇੱਥੇ ਹੈਗਾ ਆ ਤਾਂ ਹੀ ਉਹ ਕੰਮ ਕਰ ਰਹੇ ਨੇ ਨਾ। ਜੇ ਆਪਾਂ ਇੱਥੋਂ ਬਾਹਰ ਜਾ ਰਹੇ ਆ ਤੇ ਹੁਣ ਜਦੋਂ ਅਸੀਂ ਕੰਮ ਸ਼ੁਰੂ ਕਰਿਆ ਨਾ, ਅਸੀਂ ਦੇਖ ਰਹੇ ਹਾਂ ਵੀ ਕੰਮ ਦੇ ਵਿੱਚ ਕਿੰਨੀ ਕੁ ਸਾਨੂੰ ਇਨਕਮ ਹੈਗੀ ਹੈ ਜੀ, ਤੇ ਕਿੰਨਾ ਕੁ ਅਸੀਂ ਇਨਵੈਸਟ ਕੀਤਾ। ਇਨਵੈਸਟਮੈਂਟ ਜ਼ਿਆਦਾ ਨਹੀਂ ਹੈਗੀ ਜੀ, ਕੋਈ ਵੀ ਕੰਮ ਕਰ ਲਓ ਇੱਥੇ। ਮੈਨੂੰ ਨਹੀਂ ਲੱਗਦਾ ਵੀ ਇੰਡੀਆ ਦੇ ਵਿੱਚ ਜ਼ਿਆਦਾ ਇਨਵੈਸਟ ਕਰਨ ਦੀ ਲੋੜ ਨਹੀਂ ਹੈਗੀ। ਤੁਸੀਂ ਉਹ ਕੰਮ ਕਰ ਰਹੇ ਹੋ ਜਿਹੜਾ ਬਹੁਤੇ ਪ੍ਰਵਾਸੀ ਕਰਦੇ ਆ, ਜਾਂ ਕਹਿ ਲਈ ਹੋਰ ਸੂਬਿਆਂ ਤੋਂ ਆ ਕੇ, ਬਹੁਤੇ ਤਾਂ ਰਾਜਸਥਾਨ ਤੋਂ ਆ ਕੇ ਆਈਸਕ੍ਰੀਮ ਦੀਆਂ ਰੇਹੜੀਆਂ ਜਾਂ ਇਸ ਤਰ੍ਹਾਂ ਦੀਆਂ ਗੱਡੀਆਂ ਲੱਗੀਆਂ ਹੁੰਦੀਆਂ। ਤੁਹਾਨੂੰ ਲੱਗਦਾ ਵੀ ਇਹ ਕੰਮ 'ਚ ਮਾਰਜਨ ਹੈਗਾ, ਬੱਚਤ ਹੁੰਦੀ ਹੈ? ਬਹੁਤ ਜ਼ਿਆਦਾ ਮਾਰਜਨ ਹੈਗਾ ਜੀ ਇਸ ਕੰਮ ਦੇ ਵਿੱਚ। ਮੈਂ ਖੁੱਲ੍ਹ ਕੇ ਦੱਸਣ ਲੱਗਿਆ ਤੁਹਾਨੂੰ, ਬਹੁਤ ਜ਼ਿਆਦਾ ਮਾਰਜਨ ਹੈ ਤੇ ਜੋ ਬਹੁਤਾ ਔਖਾ ਕੰਮ ਨਹੀਂ ਹੈਗਾ। ਇੱਕ ਦੁੱਧ ਦਾ ਹੀ ਕੰਮ ਹੈ ਸਾਰਾ। ਇਹ ਦੁੱਧ ਨੂੰ ਕਾੜ ਕੇ ਕੰਮ ਕਰਨਾ ਹੁੰਦਾ ਹੈ ਜੀ, ਤੇ ਮੋਸਟਲੀ ਜ਼ਿਆਦਾ ਕਰਕੇ ਕੈਮੀਕਲ ਰਾਹੀਂ ਇਹ ਕੰਮ ਹੋ ਰਿਹਾ ਜੀ। ਕੈਮੀਕਲ ਰਾਹੀਂ, ਜਿਵੇਂ ਆਪਾਂ ਆਈਸਕ੍ਰੀਮਾਂ ਬਾਹਰੋਂ ਆਈਸਕ੍ਰੀਮਾਂ ਖਾਂਦੇ ਆ ਜੀ, ਬਾਹਰ ਦੀਆਂ ਆਈਸਕ੍ਰੀਮਾਂ 6-6 ਮਹੀਨੇ ਸਾਲ ਤੱਕ ਰਹਿੰਦੀਆਂ ਨੇ, ਹੈ ਨਾ। ਤੇ ਜੇਕਰ ਜਿਹੜੀ ਆਹ ਚੀਜ਼ ਆਪਾਂ ਬਣਾ ਰਹੇ ਹਾਂ ਜੀ, ਇਹ ਬਿਲਕੁਲ ਇੱਕ ਪਿਓਰ ਤੇ ਸ਼ੁੱਧ ਚੀਜ਼ ਅਸੀਂ ਬਣਾ ਰਹੇ ਹਾਂ ਜੀ। ਦੁੱਧ ਨੂੰ ਕਾੜ ਕੇ ਬਣਾ ਰਹੇ ਹਾਂ, ਖੋਏ ਦੇ ਨਾਲ ਬਣ ਰਹੀ ਹੈ ਜੀ, ਤੇ ਕੋਈ ਇਹਦੇ ਵਿੱਚ ਮਿਲਾਵਟੀ ਕੰਮ ਨਹੀਂ ਹੈਗਾ। ਤੁਸੀਂ ਕਹਿਣਾ ਚਾਹੁੰਦੇ ਹੋ ਵੀ ਤੁਹਾਡੀ ਆਈਸਕ੍ਰੀਮ ਤੇ ਦੂਜੀਆਂ 'ਚ ਫਰਕ ਹੈ? ਓਬਵੀਅਸਲੀ ਫਰਕ ਹੈਗਾ ਜੀ। ਕੀ ਫਰਕ ਹੈ ਜੀ? ਇੱਕ ਆਈਸਕ੍ਰੀਮ 6 ਮਹੀਨੇ ਚੱਲੂਗੀ ਜੀ, ਸਾਡੀ ਆਈਸਕ੍ਰੀਮ ਮਸਾ ਹਫਤਾ ਕੱਢਦੀ ਹੈ ਜੀ। ਜਿਵੇਂ ਤੁਸੀਂ ਆਪਣੇ ਘਰੇ ਦੁੱਧ ਗਰਮ ਕਰਕੇ ਰੱਖ ਲਓ, ਉਹ ਮਸਾ 4 ਦਿਨ ਕੱਢੂਗਾ ਜੀ, ਹੈ ਨਾ। ਤੇ ਉਹੀ ਚੀਜ਼ ਸਾਡੀ ਹੈ ਜੀ। ਅਸੀਂ ਦੁੱਧ ਗਰਮ ਕਰ ਰਹੇ ਹਾਂ ਤੇ ਆਈਸਕ੍ਰੀਮ ਬਣਾ ਰਹੇ ਹਾਂ ਜੀ, ਤੇ ਮਸਾਂ 4-5 ਦਿਨ ਮਸਾਂ ਕੱਢਦੀ ਹੈ। ਜਿਹੜੀ ਮਾਰਕੀਟ 'ਚ ਆਈਸਕ੍ਰੀਮ ਆਉਂਦੀ, ਫਿਰ ਉਹਦੇ 'ਚ ਕੀ ਫਰਕ ਆ? ਕੀ ਇਹੋ ਜਿਹਾ ਪਾ ਦਿੰਦੇ ਆ ਵੀ ਉਹ ਮਹੀਨਾ ਕੱਢ ਸਕਦੀ ਆ? ਉਹਦੇ 'ਚ ਤਾਂ ਆਪਣੀ ਸੋਚਣ ਵਾਲੀ ਥਿੰਕਿੰਗ ਆ ਆਪਣੀ। ਤੇ ਜਿਹੜੀ 6 ਮਹੀਨੇ ਕੱਢ ਰਹੀ ਆ, 1 ਹਫਤਾ ਕੱਢ ਰਹੀ ਆ, ਉਹ 'ਚ ਕੁਛ ਨਾ ਕੁਛ ਫਰਕ ਤਾਂ ਹੈਗਾ ਹੀ ਆ। ਕੀ ਫਰਕ ਹੈ ਜੀ? ਕਿ ਫਰਕ ਤਾਂ ਇਹ ਹੈ, ਉਹਦੇ 'ਚ ਕੈਮੀਕਲ ਯੂਜ਼ ਹੋ ਰਿਹਾ ਜੀ। ਕੈਮੀਕਲ ਰਾਹੀਂ ਇੰਨੇ ਟਾਈਮ ਕੱਢ ਰਹੀ ਹੈ ਉਹ ਆਈਸਕ੍ਰੀਮ, 1 ਸਾਲ ਵੀ ਕੱਢ ਰਹੀ ਹੈ ਜੀ, ਤੇ ਇਹ ਆਈਸਕ੍ਰੀਮ ਸਾਰੀ 5-6 ਦਿਨ ਕੱਢ ਰਹੀ ਹੈ ਜੀ। ਤੁਸੀਂ ਕਹਿੰਦੇ ਹੋ ਕਿ ਅਸੀਂ ਦੁੱਧ ਦਾ ਕੰਮ ਕਰ ਰਹੇ ਹਾਂ। ਲੋਕ ਕਹਿੰਦੇ ਸਭ ਤੋਂ ਜ਼ਿਆਦਾ ਘਪਲਾ ਹੀ ਤਾਂ ਦੁੱਧ 'ਚ ਹੋ ਰਿਹਾ ਹੈ। ਦੁੱਧ ਦੀ ਪ੍ਰੋਡਕਸ਼ਨ ਪੰਜਾਬ ਦੇ ਵਿੱਚ ਘੱਟ ਹੈ ਤੇ ਲਾਗਤ ਜ਼ਿਆਦਾ ਹੈ ਦੁੱਧ ਦੀ। ਫਿਰ ਦੁੱਧ ਕਿੱਥੋਂ ਜਿਹੜਾ ਸ਼ੁੱਧ ਆ ਜਾਏਗਾ? ਤੁਸੀਂ ਕਹਿ ਰਹੇ ਅਸੀਂ ਕੰਮ ਹੀ ਦੁੱਧ ਨਾਲ ਕਰ ਰਹੇ ਹਾਂ। ਬਾਬਾ ਜੀ, ਅਸੀਂ ਜਿਵੇਂ ਮੱਝਾਂ ਦਾ ਚੋਵਾਂ ਦੁੱਧ ਅਸੀਂ ਲੈ ਰਹੇ ਹਾਂ ਜੀ। ਇੱਕ ਇੱਥੇ ਲਾਗੇ ਡੈਰੀ ਵੀ ਹੈਗੀ ਹੈ ਜੀ, ਡੈਰੀ ਦੇ ਵਿੱਚ ਵੀ ਦੁੱਧ ਆਉਂਦਾ ਹੈ, ਦੋਜੀ ਛੱਡ ਕੇ ਜਾਂਦੇ ਨੇ, ਤੇ ਵਧੀਆ ਦੁੱਧ ਆ। ਵਧੀਆ ਦੁੱਧ ਅਸੀਂ ਉਹ ਯੂਜ਼ ਕਰ ਰਹੇ ਹਾਂ ਜੀ। ਕੋਈ ਇਹੋ ਜਿਹੇ ਕੰਮ ਨਹੀਂ ਕਰ ਰਹੇ ਜਿਹਦੇ ਨਾਲ ਲੋਕਾਂ ਦੀ ਸਿਹਤ ਖਰਾਬ ਹੋਵੇ, ਖਿਲਵਾੜ ਹੋਵੇ ਲੋਕਾਂ ਦੀ ਸਿਹਤ ਨਾਲ। ਸਿੰਘ ਸਾਹਿਬ, ਇਸ ਤੋਂ ਪਹਿਲਾਂ ਕਿ ਇਸ ਕੰਮ ਬਾਰੇ ਮੈਂ ਜਾਣਕਾਰੀ ਲਵਾਂ, ਕਿੰਨਾ ਖਰਚਾ ਆਇਆ, ਕਿਸ ਤਰ੍ਹਾਂ ਕਰਦੇ ਹੋ, ਉਸ ਤੋਂ ਪਹਿਲਾਂ ਇਹ ਪੁੱਛਣਾ ਜ਼ਰੂਰੀ ਹੈ ਤੁਹਾਡੇ ਤੋਂ ਕਿ ਇਹ ਤੁਹਾਨੂੰ ਲਗਨ ਕਿੱਥੋਂ ਲੱਗਦੀ ਹੈ? ਕਿੱਥੋਂ ਸ਼ੁਰੂਆਤ ਹੁੰਦੀ ਇਸ ਕੰਮ ਦੀ? ਕਿੱਥੋਂ ਜੇਨ ਦੇ ਵਿੱਚ ਆ ਜਾਂਦਾ ਹੈ ਕਿ ਇਹ ਕੰਮ ਮੈਂ ਕਰਨਾ ਹੈ? ਕਿਉਂਕਿ ਸਾਡੇ ਨੌਜਵਾਨ ਤਾਂ ਇਸ ਕੰਮ ਬਾਰੇ ਸੋਚਣਾ ਹੀ ਨਹੀਂ ਚਾਹੁੰਦੇ। ਉਹ ਤਾਂ ਇਹ ਚਾਹੁੰਦੇ ਆ ਵੀ ਅਸੀਂ ਵਾਈਟ ਕਾਲਰ ਜੌਬ ਕਰਨੀ ਹੈ ਜਾਂ ਬਾਹਰ ਜਾਣਾ ਹੈ, ਬਾਹਰ ਜਾ ਕੇ ਟਰਾਲੇ ਪਾ ਲੈਣੇ, ਉਹ ਚੀਜ਼ਾਂ ਸੋਚਦੇ ਆ। ਇਹ ਤੁਸੀਂ ਕਿੱਦਾਂ ਸੋਚ ਲਿਆ? ਬਾਬਾ ਜੀ, ਮੇਰੇ 10 ਸਾਲ ਤੋਂ ਮੈਂ ਰੈਫਰੀਜਰੇਸ਼ਨ ਫੀਲਡ ਦੇ ਵਿੱਚ ਹੈਗਾ ਜੀ। ਰੈਫਰੀਜਰੇਸ਼ਨ ਦਾ ਹੀ ਕੰਮ ਕਰ ਰਿਹਾ, ਏਸੀ ਰੈਫਰੀਜਰੇਟਰ ਦਾ ਕੰਮ ਕਰ ਰਿਹਾ ਮੈਂ। ਤੇ ਕੁਝ ਸਮੇਂ ਪਹਿਲਾਂ ਮੈਂ ਕਿਤੇ ਜਾ ਰਿਹਾ ਸੀਗਾ। ਵੈਸੇ ਤਾਂ ਅਸੀਂ ਹੁਣ ਮੇਰਾ ਕੰਮ ਚੇਂਜ ਥੋੜ੍ਹਾ ਜਿਹਾ, ਮੈਂ ਕਿਹਾ ਕੰਮ ਇੱਕ ਅਲੱਗ ਤੋਂ ਵੀ ਕੰਮ ਹੋਣਾ ਚਾਹੀਦਾ ਆ ਬੰਦੇ ਦਾ, ਹੈ ਨਾ, ਬੈਕ ਐਂਡ ਤੇ ਮੈਂ ਸੋਚ ਰਿਹਾ ਸੀਗਾ ਵੀ ਕੋਈ ਅਲੱਗ ਕੰਮ ਸ਼ੁਰੂ ਕਰੀਏ। ਅਸੀਂ ਆਟੇ ਦੇ ਮਿੱਲ ਦਾ ਕੰਮ ਸ਼ੁਰੂ ਕਰਨ ਲੱਗੇ ਸੀਗੇ। ਸਾਰੀ ਪ੍ਰੋਜੈਕਟ ਰਿਪੋਰਟ ਵੀ ਤਿਆਰ ਸੀਗੀ ਸਾਡੀ, ਮੋਹਾਲੀ ਦੇ ਵਿੱਚ ਕਰਨ ਲੱਗੇ ਸੀਗੇ। ਮੈਂ ਉਹੀ ਪ੍ਰੋਜੈਕਟ ਦੇ ਲਈ ਮੈਂ ਸਰਵੇ ਕਰ ਰਿਹਾ ਸੀਗਾ। ਸਰਵੇ ਕਰਦੇ ਨਾ ਜਿਹੜੇ ਆਪਣਾ ਬਾਹਰ ਦੇ ਪ੍ਰਵਾਸੀ ਲੋਕ ਆ ਕੇ ਇੱਥੇ ਕੰਮ ਕਰ ਰਹੇ ਨੇ, ਮੈਂ ਅਚਾਨਕ ਉਹਨਾਂ ਕੋਲ ਖੜ ਗਿਆ। ਮੈਂ ਵੈਸੇ ਹੀ ਉਹਨਾਂ ਨੂੰ ਪੁੱਛਣ ਲੱਗੀ ਕਿ ਆ ਜਿਹੜੀ ਤੁਸੀਂ ਗੱਡੀ ਦੇ ਵਿੱਚ ਤੁਸੀਂ ਫ੍ਰਿਜ ਧਰਿਆ ਹੋਇਆ ਆ ਤੁਹਾਡਾ ਸੈਟਅਪ ਕਿੰਨੇ ਦਾ ਤਿਆਰ ਹੋਇਆ? ਜੇ ਇਦਾਂ ਦੀ ਗੱਡੀ ਸੀ ਉਹ ਵੀ ਤਕਰੀਬਨ ਹੀ ਗੱਡੀ ਸੀ। ਮੋਸਟਲੀ ਪੰਜਾਬ ਦੇ ਵਿੱਚ ਪੂਰੇ ਮਤਲਬ ਮੈਨੂੰ ਲੱਗਦਾ ਵੀ ਹਿੰਦੁਸਤਾਨ ਦੇ ਵਿੱਚ ਹੀ ਲੱਗੀਆਂ ਹੋਈਆਂ ਨੇ। ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਤੁਹਾਡਾ ਫ੍ਰਿਜ ਕਿੰਨੇ ਦਾ ਆ, ਸੈਟਅਪ ਕਿੰਨੇ ਦਾ ਤਿਆਰ ਹੋਇਆ? ਤੇ ਉਹਨਾਂ ਨੇ ਕਿਸੇ ਨੇ ਵੀ ਮੈਨੂੰ ਸਹੀ ਸਲਾਹ ਨਹੀਂ ਦਿੱਤੀ ਹੈਗੀ। ਤੇ ਮੈਂ ਉਹਨਾਂ ਨੂੰ ਫਿਰ ਕਿਹਾ, ਕੋਈ ਕਹਿੰਦਾ 25 ਲੱਖ ਦੀ ਗੱਡੀ ਤਿਆਰ ਹੋਈ ਆ, ਕੋਈ ਕਹਿੰਦਾ 30 ਲੱਖ ਦੀ ਹੋਈ ਆ। ਤੇ ਫ੍ਰਿਜ ਬਾਰੇ ਪੁੱਛਿਆ, ਕੋਈ ਕਹਿੰਦਾ 2.5 ਲੱਖ ਦਾ ਫ੍ਰਿਜ ਆ, ਕੋਈ ਕਹਿੰਦਾ 3 ਦਾ ਫ੍ਰਿਜ ਆ, ਜਦ ਕਿ 50-60 ਹਜ਼ਾਰ ਦਾ ਫ੍ਰਿਜ ਆ ਜੀ। ਤੇ 2-4 ਲੱਖ ਰੁਪਏ ਨਾਲ ਇਹ ਸਾਰਾ ਕੰਮ ਜਾਣੀ ਕਿ ਸਟਾਰਟ ਹੋ ਗਿਆ ਜੀ ਮੇਰਾ। ਇੰਨਾ ਝੂਠ ਬੋਲਿਆ ਉਹਨਾਂ ਨੇ ਤੁਹਾਨੂੰ? ਹਾਂਜੀ, ਇਹ ਝੂਠ ਬੋਲ ਰਹੇ। ਉਹ ਨਹੀਂ ਚਾਹੁੰਦੇ ਹੈਗੇ ਕਿ ਪੰਜਾਬੀ ਪੰਜਾਬ ਦੇ ਵਿੱਚ ਆਪਣੇ ਹੀ ਪੰਜਾਬ ਦੇ ਵਿੱਚ ਕੰਮ ਕਰਨ। ਉਹ ਇਹ ਚਾਹੁੰਦੇ ਨੇ ਵੀ ਅਸੀਂ ਕੰਮ ਕਰੀਏ, ਤੇ ਜੇਕਰ ਇਹ ਪੰਜਾਬੀ ਕੰਮ ਕਰਨਗੇ ਤਾਂ ਸਾਡਾ ਕੰਮ ਖਤਮ ਹੋ ਜਾਊਗਾ। ਹੁਣ ਸਾਨੂੰ ਪੰਜਾਬੀਆਂ ਨੂੰ ਆਪ ਨੂੰ ਸੋਚਣਾ ਚਾਹੀਦਾ ਹੈ ਵੀ ਅਸੀਂ ਇੱਥੋਂ ਪੰਜਾਬ ਆਪਣਾ ਛੱਡ ਕੇ ਬਾਹਰ ਭੱਜੀ ਜਾਂਦੇ ਆ, ਤੇ ਇੱਥੇ ਕੋਈ ਹੋਰ ਆ ਕੇ ਕੰਮ ਕਰੀ ਜਾਂਦਾ। 25-30 ਲੱਖ ਸੁਣ ਕੇ ਤਾਂ ਤੁਸੀਂ ਵੀ ਇੱਕ ਵਾਰੀ ਇਹ ਸੋਚਿਆ ਹੋਣਾ ਵੀ ਸਾਡੇ ਵਾਸ ਦੀ ਖੇਡ ਨਹੀਂ ਹੈ। ਓਬਵੀਅਸਲੀ ਮੈਂ ਤਾਂ ਸੋਚੀ, ਮੈਂ ਤਾਂ ਸਾਰਾ ਮਤਲਬ ਫਿਰ ਮੈਂ ਇਹਨਾਂ ਨੂੰ ਪੁੱਛਿਆ, ਮੈਂ ਵੈਸੇ ਹੀ ਜਾਣ ਕੇ ਮੈਂ ਉੱਦਾਂ ਹੀ ਗੱਲ ਕਰ ਲਈ। ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਤੁਸੀਂ ਮੈਨੂੰ ਕੰਮ ਸਿਖਾ ਦਿਓ, ਤੇ ਮੈਂ ਵੀ ਇਹ ਕੰਮ ਕਰਨਾ ਚਾਹੁੰਦਾ ਆ, ਤੇ ਬਈ ਤੁਸੀਂ ਦੱਸੋ ਮੈਂ ਕਿੱਥੇ ਕੰਮ ਸਿੱਖਾਂ?
ਉਹਨਾਂ ਨੇ ਮੈਨੂੰ ਸਾਫ਼ ਜਵਾਬ ਦਿੱਤਾ, ਕਹਿੰਦਾ ਤੁਸੀਂ ਪੰਜਾਬੀ ਕਹਿੰਦਾ ਕੰਮ ਕਰਨ ਦੇ ਯੋਗ ਹੈ ਨਹੀਂ, ਨਾ ਤੁਹਾਡੇ ਕੋਲੋਂ ਕੰਮ ਹੋਣੇ ਆ, ਕਹਿੰਦਾ ਕੰਮ ਕਰਨ ਲਈ ਬਾਹਰੋਂ ਅਸੀਂ ਆਏ ਹੋਏ ਆ ਇੱਥੇ, ਅਸੀਂ ਕੰਮ ਕਿਹਾ ਤੁਹਾਨੂੰ? ਹਾਂਜੀ ਇਹ ਕਿਹਾ ਜੀ ਉਹਨਾਂ ਨੇ ਮੈਨੂੰ, ਬੰਦਿਆਂ ਨੇ। ਤੇ ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਨਹੀਂ ਬਈ ਹੋਰ ਕਰੇ ਕੋਈ ਨਾ ਕਰੇ ਪੰਜਾਬੀ ਕੰਮ, ਕੋਈ ਬਾਹਰ ਜਾਵੇ ਕੋਈ ਜਿਵੇਂ ਮਰਜ਼ੀ ਕਰੇ, ਪਰ ਮੈਂ ਕੰਮ ਕਰਨਾ ਚਾਹੁੰਦਾ ਆ। ਜਬੇ ਬਣ ਲੱਗ ਗਿਓ ਤਾਂ ਬੈਰੋਸ ਜਾਗੇ। ਹਾਂ ਸਹੀ ਹੈ ਜੀ, ਮੈਨੂੰ ਲੱਗ ਗਈ। ਹਾਂਜੀ। ਤੇ ਫਿਰ ਇੱਕ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਮੈਨੂੰ ਕੰਮ ਸਿਖਾ ਦੋਗੇ? ਤੇ ਕਹਿੰਦਾ ਸਾਡੇ ਪਹਿਲਾਂ ਤੁਹਾਨੂੰ ਝੂਠੇ ਭਾਂਡੇ ਧੋਣੇ ਪੈਣਗੇ ਜੀ। ਅੱਛਾ, ਇਹ ਗੱਲ ਉਹਨਾਂ ਨੇ ਮੈਨੂੰ ਕਹੀ ਆ। ਫਿਰ ਮੈਂ 5 ਮਿੰਟ ਮੈਂ ਖੜਾ, ਮੈਂ ਇੱਕ ਸੋਚ ਜੀ ਪੈ ਗਈ, ਮੈਂ ਕਿਹਾ ਇਹ ਬੰਦੇ ਕੀ ਕਹਿ ਰਹੇ ਨੇ। ਅਸੀਂ ਇਹਨਾਂ ਕੋਲੋਂ 10 ਸਾਲਾਂ ਤੋਂ, ਅਸੀਂ ਕਿੰਨੇ ਹੀ ਸਾਲਾਂ ਤੋਂ ਇਹਨਾਂ ਕੋਲੋਂ ਖਾ ਰਹੇ ਹਾਂ ਅਸੀਂ, ਤੇ ਹੁਣ ਜਦੋਂ ਅਸੀਂ ਕੰਮ ਕਰਨ ਦੀ ਵਾਰੀ ਆਈ ਸਾਡੀ, ਅਸੀਂ ਚਾਹੁੰਦੇ ਆ ਵੀ ਅਸੀਂ ਕੰਮ ਕਰਾਂਗੇ ਤੇ ਸਾਨੂੰ ਸਿਖਾ ਦੇਵੇ, ਤੇ ਹੁਣ ਸਾਨੂੰ ਐਵੇਂ ਕਹਿ ਰਹੇ ਆ ਇਹ। ਝੂਠੇ ਭਾਂਡੇ ਧੋਣ ਦਾ ਮਨਸ਼ਾ ਕੀ ਸੀ ਉਹਦੇ ਪਿੱਛੇ? ਝੂਠੇ ਭਾਂਡੇ ਤਾਂ ਅਸੀਂ ਲੰਗਰਾਂ ਦੇ ਵਿੱਚ ਵੀ ਧੋਨੇ ਆ, ਉੱਥੇ ਭਾਵਨਾ ਸੇਵਾ ਦੀ ਹੁੰਦੀ ਆ। ਝੂਠੇ ਭਾਂਡੇ ਧੋਣ ਦਾ ਭਾਵ ਕੀ ਸੀ ਉੱਥੇ? ਭਾਵ ਇਹ ਤਾਂ ਪਤਾ ਨਹੀਂ ਜੀ ਉਹਨਾਂ ਦੇ ਦਿਲ ਦੇ ਵਿੱਚ ਕੀ ਸੀਗਾ, ਪਰ ਮੈਂ ਉਹਨਾਂ ਨੂੰ ਕਿਹਾ ਤੁਸੀਂ ਮੈਨੂੰ ਕੰਮ ਸਿਖਾ ਦਿਓ, ਤੇ ਉਹ ਮੈਨੂੰ ਕਹਿ ਰਹੇ ਪਹਿਲਾਂ ਤੁਸੀਂ ਸਾਡੇ ਝੂਠੇ ਭਾਂਡੇ ਧੋਵੋ, ਅਸੀਂ ਫਿਰ ਤੁਹਾਨੂੰ ਕੰਮ ਸਿਖਾਵਾਂਗੇ। ਮੈਂ ਸਿੱਖਿਆ, ਮੈਂ ਬਾਬਾ ਜੀ ਉਸ ਕੰਮ ਲਈ ਵੀ ਰਾਜੀ ਹੋ ਗਿਆ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮੈਂ ਤੁਹਾਡੇ ਝੂਠੇ ਭਾਂਡੇ ਧੋ ਲੈਣਾ, ਤੁਸੀਂ ਮੈਨੂੰ ਕੰਮ ਸਿਖਾਓ, ਦੱਸੋ ਮੈਨੂੰ ਕਿੱਥੇ ਜਾਣਾ। ਤੇ ਫਿਰ ਉਹਨਾਂ ਨੇ ਇੱਕ ਟਿਕਾਣਾ ਦੱਸਿਆ ਮੈਨੂੰ, ਕਹਿੰਦੇ ਇੱਥੇ ਜਾਓ। ਤੇ ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਕੋਈ ਐਡਰੈਸ ਕੋਈ ਨੰਬਰ ਦੇ ਉਹਨਾਂ ਦਾ ਜਿੱਥੇ ਮੈਂ ਜਾਣਾ ਆ। ਤੇ ਉਹ ਬੰਦੇ ਕਹਿੰਦੇ ਉਹਨਾਂ ਨੇ ਕਿਸੇ ਨਾਲ ਗੱਲ ਕੀਤੀ ਜੀ, ਤੇ ਮੈਨੂੰ ਕਹਿ ਰਹੇ ਆ, ਕਹਿੰਦੇ ਤੁਸੀਂ ਕਹਿੰਦੇ ਤੁਹਾਨੂੰ ਸਰਦਾਰਾਂ ਨੂੰ, ਤੁਹਾਨੂੰ ਪੰਜਾਬੀਆਂ ਨੂੰ ਕਹਿੰਦੇ ਅਸੀਂ ਅੰਦਰ ਨਾ ਵੜਨ ਦੀ ਤੇ ਕੰਮ ਸਿਖਾਉਣਾ ਦੂਰ ਦੀ ਗੱਲ ਆ। ਅੱਛਾ, ਇਹ ਗੱਲ ਉਹਨਾਂ ਨੇ ਕਹੀ ਹੈ ਮੈਨੂੰ। ਫਿਰ ਮੇਰਾ ਇੱਥੋਂ ਥੋੜਾ ਜਿਹਾ ਦਿਮਾਗ ਵੀ ਘੁੰਮਿਆ, ਮੈਨੂੰ ਪ੍ਰੈਸ਼ਰ ਪਿਆ ਸੀ ਦਿਮਾਗ ਤੇ, ਮੈਂ ਕਹਿ ਕੀ ਰਹੇ ਆ। ਜ਼ਮੀਰ ਨੂੰ ਹਲੂਣਾ ਵੱਜਿਆ। ਹਲੂਣਾ ਵੱਜਿਆ ਜੀ, ਤੇ ਸਾਡੇ ਹੀ ਖਾ ਕੇ ਤੇ ਹਨਾ ਇੱਥੇ ਹੀ ਕੰਮ ਕਰਕੇ ਸਾਨੂੰ ਇਹ ਮਤਲਬ ਲਲਕਾਰ ਰਹੇ ਨੇ। ਫਿਰ ਜਦੋਂ ਤੁਹਾਨੂੰ ਇਨਕਾਰੀ ਹੋ ਗਏ ਕੰਮ ਸਿਖਾਉਣ ਤੋਂ, ਫਿਰ ਇਹ ਤੁਸੀਂ ਕੰਮ ਕਰ ਵੀ ਰਹੇ ਹੋ, ਅੱਜ ਸਿੱਖਿਆ ਕਿੱਥੋਂ? ਬਾਬਾ ਜੀ ਇਹ ਮੈਂ ਸਿੱਖਿਆ ਤਾਂ ਕਈ ਜਗ੍ਹਾ ਤੋਂ ਆ, ਪਰ ਮੈਨੂੰ ਕਿਸੇ ਵੀ ਜਗ੍ਹਾ ਦਾ ਸਿੱਖਿਆ ਹੋਇਆ ਕੰਮ ਨਹੀਂ ਜੀ ਆਇਆ। ਜਿੱਥੇ ਵੀ ਮੈਂ ਸਿੱਖਿਆ ਕੈਮੀਕਲ ਯੂਜ਼ ਹੋਇਆ ਜੀ, ਉਦੋਂ ਤਾਂ ਮੈਂ ਸਿੱਖਿਆ ਜੀ। ਬਟ ਇੱਕ ਲੁਧਿਆਣੇ ਦੇ ਵਿੱਚ ਇੱਕ ਹੈਗੇ ਆ ਸਿੰਘ, ਉਹ ਬਣਾ ਰਹੇ ਨੇ ਖਾਲਸਾ ਜੀ ਆਈਸਕ੍ਰੀਮ ਦੇ ਨਾਮ ਤੇ ਮਸ਼ਹੂਰ ਹੈ ਜੀ ਉਹ, ਤੇ ਉਹ ਬਣਾ ਰਹੇ ਨੇ, ਉਹ ਸ਼ੁੱਧ ਬਿਲਕੁਲ ਪਿਓਰ ਕੰਮ ਕਰ ਰਹੇ ਨੇ ਜੀ। ਫਿਰ ਮੈਂ ਉਹਨਾਂ ਕੋਲ ਗਿਆ, ਫਿਰ ਉਹਨਾਂ ਨੇ ਮੈਨੂੰ ਗਾਈਡ ਕੀਤਾ ਵੀ ਤੁਸੀਂ ਐਵੇਂ ਕਰੋ। ਫਿਰ ਮੈਂ ਜਦੋਂ ਕੰਮ, ਮੈਂ ਨਾ ਇੱਕ ਅਣਖ, ਪੰਜਾਬੀ ਦੀ ਅਣਖ ਜਾਗ ਜਾਂਦੀ ਹੈ ਜੀ, ਤੇ ਮੇਰੀ ਵੀ ਉਵੇਂ ਹੀ ਜਾਗੀ। ਮੈਂ ਉਹ ਸੋਚਿਆ, ਜਦੋਂ ਉਹਨਾਂ ਨੇ ਮੈਨੂੰ ਕਿਹਾ ਲਲਕਾਰਿਆ, ਤੇ ਮੈਂ ਸੋਚਿਆ ਵੀ ਮੈਂ ਕੰਮ ਹੀ ਇਹੀ ਸ਼ੁਰੂ ਕਰਨਾ ਆ। ਮੈਂ ਆਟੇ ਦੀ ਜਿਹੜੀ ਮਿੱਲ ਦਾ ਪ੍ਰੋਜੈਕਟ ਸੀਗਾ ਉਹ ਮੈਂ ਛੱਡ ਦਿੱਤਾ, ਮੈਂ ਕੰਮ ਹੀ ਇਹੀ ਸ਼ੁਰੂ ਕਰ ਲਿਆ। ਮੈਂ ਗੱਡੀ ਬਣਾਉਣ ਨੂੰ ਦੇਤੀ, ਸਾਰਾ ਮੈਂ ਬੋਡੀ ਵਗੈਰਾ ਸਾਰਾ ਕੁਝ ਮੇਕਿੰਗ ਕਰਨ ਲਈ ਦੇਤਾ ਜੀ। ਤੇ ਆਪ ਮੈਂ ਟ੍ਰੇਨਿੰਗਾਂ ਲਾਉਣ ਲੱਗ ਗਿਆ ਜੀ, ਪਰ ਉਹ ਟ੍ਰੇਨਿੰਗ ਮੇਰੇ ਕਿਸੇ ਕੰਮ ਦੀਆਂ, ਸਾਰੇ ਕੈਮੀਕਲ ਯੂਜ਼ ਹੋ ਰਿਹਾ। ਤੇ ਜਦੋਂ ਇਹ ਕੰਮ 1 ਮਹੀਨੇ ਬਾਅਦ ਮੇਰੀ ਗੱਡੀ ਤਿਆਰ ਹੋ ਕੇ ਆਈ, ਜਦੋਂ ਮੈਂ ਕੰਮ ਸਟਾਰਟ ਕੀਤਾ, ਮੈਂ ਮਹਾਰਾਜ ਅੱਗੇ ਅਰਦਾਸ ਕੀਤੀ ਜੀ, ਉਹ ਮਹਾਰਾਜ ਸਾਹਿਬ ਮੈਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਨਾ ਜਿਹਦੇ ਨਾਲ ਕਿਸੇ ਨੂੰ ਕੋਈ ਸਿਹਤ ਨੂੰ ਨੁਕਸਾਨ ਹੋਵੇ ਕਿਸੇ ਦੇ, ਹੈ ਨਾ। ਤੇ ਉਹ ਫਿਰ ਮੈਂ ਮਹਾਰਾਜ ਅੱਗੇ ਅਰਦਾਸ ਕਰਕੇ ਫਿਰ ਮੈਂ ਆਈਸਕ੍ਰੀਮ ਬਣਾਈ, ਬਦਾਮ ਸ਼ੇਕ ਰਬੜੀ ਬਣਾਇਆ। ਤੇ ਮੈਂ ਤਖਤ ਸਾਹਿਬ ਦੇ ਲਾਗੇ ਤੋਂ ਉੱਥੋਂ ਹੀ ਸ਼ੁਰੂਆਤ ਕਰਨੀ ਚਾਹੁੰਦਾ ਸੀਗਾ, ਸ਼੍ਰੀ ਅਨੰਦਪੁਰ ਸਾਹਿਬ ਤੋਂ, ਕੇਸਗੜ੍ਹ ਸਾਹਿਬ ਤੋਂ ਹੀ, ਉੱਥੋਂ ਮੈਂ ਸ਼ੁਰੂਆਤ ਕੀਤੀ ਜੀ ਕੰਮ ਦੀ। ਤੁਸੀਂ ਅਨੰਦਪੁਰ ਸਾਹਿਬ ਤੋਂ ਸ਼ੁਰੂਆਤ ਕੀਤੀ, ਫਿਰ ਇੱਥੇ ਕਿਉਂ ਆ ਗਏ ਤੁਸੀਂ? ਇੱਥੇ ਬਾਬਾ ਜੀ ਅਸੀਂ ਇਸ ਲਈ ਆਏ ਆ ਕਿ ਜਿਹੜਾ ਉਹ ਅਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਵੀ ਮੈਨੂੰ ਲੱਗਦਾ ਵੀ ਕੋਈ ਵੀ ਪੰਜਾਬੀ ਕੰਮ ਨਹੀਂ ਕਰ ਸਕਦਾ ਉੱਥੇ। ਅਨੰਦਪੁਰ ਸਾਹਿਬ 'ਚ ਪੰਜਾਬੀ ਕੰਮ ਨਹੀਂ ਕਰ ਸਕਦਾ? ਖਾਲਸੇ ਦੀ ਜਨਮ ਭੂਮੀ ਹੈ ਜੀ, ਖਾਲਸੇ ਦਾ ਘਰ ਅਨੰਦਪੁਰ ਸਾਹਿਬ ਤਾਂ। ਇਹ ਜਿਹੜੀ ਸਰਕਾਰ ਹੈਗੀ ਆ, ਇਹ ਇਹਨਾਂ ਦੀ ਉਹ ਸਰਕਾਰ ਹੈ ਜੀ, ਇਹ ਕੁਝ ਹੋਰ ਹੀ ਚੱਲ ਰਿਹਾ ਜੀ ਇੱਥੇ। ਤੇ ਜੇਕਰ ਕੋਈ ਪੰਜਾਬੀ ਕੰਮ ਕਰੇ ਤੇ ਉਹਦੀ ਸਟਾਲ ਵੀ ਚੁਕਾ ਦੇਣੀ ਆ। ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਚੱਲਦਾ ਆ, ਕੋਈ ਸਬਜ਼ੀ ਵਾਲਾ ਕੰਮ ਕਰਦਾ ਆ ਖੜਾ, ਜੇ ਕੋਈ 4 ਪ੍ਰਵਾਸੀ ਲੋਕ ਕੰਮ ਕਰਦੇ ਆ ਤੇ ਉਹਦੇ ਨਾਲ ਇੱਕ ਪੰਜਾਬੀ ਬੰਦਾ ਆ ਕੇ ਕੰਮ ਸ਼ੁਰੂ ਕਰ ਲਵੇ ਜੀ, ਉਹਦੀ ਰੇਹੜੀ ਚੁਕਾਉਣ ਨੂੰ ਹੋ ਜਾਂਦੀ ਆ। ਤੇ ਪੁਲਿਸ ਵਾਲੇ ਵੀ ਆ ਕੇ ਉਹਦੇ ਤੇ ਟਾਰਗੇਟ ਕਰਦੇ ਆ, ਉਹਦੀ ਰੇਹੜੀ ਚੁਕਾਉਂਦੇ ਜੀ, ਤੇ ਹੋਰ ਬੰਦੇ ਨੂੰ ਕਿਸੇ ਨੂੰ ਕੁਝ ਨਹੀਂ ਕਿਹਾ ਜਾਂਦਾ ਜੀ ਉੱਥੇ। ਤੇ ਨਾਲ ਇਦਾਂ ਦਾ ਕੁਝ ਹੋਇਆ? ਮੇਰੇ ਨਾਲ ਸੇਮ ਇਦਾਂ ਦਾ ਹੀ ਹੋਇਆ ਜੀ। ਤੇ ਉੱਥੇ ਹੋਰ ਪ੍ਰਵਾਸੀ ਲੋਕ ਰੇਹੜੀਆਂ ਲਾ ਕੇ ਆਪਣੀਆਂ ਖੜੇ ਆ ਜੀ। ਤੇ ਜਦੋਂ ਮੈਂ ਲਾਈ ਜੀ ਉੱਥੇ ਆਪਣੀ ਕਾਇਓਸਕ ਵੈਨ ਮੈਂ ਲਾਈ ਜੀ ਉੱਥੇ, ਤੇ ਮੈਨੂੰ ਲੋਕ ਆ ਕੇ ਕਹਿ ਰਹੇ ਨੇ ਤੇ ਤੁਸੀਂ ਇੱਥੋਂ ਚੱਕੋ, ਤੇ ਕਹਿੰਦੇ ਤੁਸੀਂ ਪਰੇ ਜਾ ਕੇ ਲਾਓ, ਤੁਸੀਂ ਇੱਥੇ ਨਹੀਂ ਕੰਮ ਕਰ ਸਕਦੇ। ਤੁਹਾਡਾ ਕਿਸੇ ਨੇ ਸਾਥ ਨਹੀਂ ਦਿੱਤਾ? ਮੇਰਾ ਸਾਥ ਤਾਂ ਕਿਸੇ ਨੇ ਨਹੀਂ ਦਿੱਤਾ, ਮੈਂ ਉੱਪਰ ਤੱਕ ਵੀ ਪਹੁੰਚ ਕੀਤੀ ਜੀ। ਤੇ ਹੁਣ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਜੀ, ਉਹਨਾਂ ਲੀਡਰਾਂ ਤੱਕ ਵੀ ਮੈਂ ਗਿਆ, ਪਰ ਕਿਸੇ ਨੇ ਸਾਥ ਨਹੀਂ ਦਿੱਤਾ ਜੀ। ਤੇ ਹੋਰ ਤਾਂ ਹੋਰ SGPC ਜਿਹੜਾ ਕੰਮ ਕਰ ਰਹੀ ਹੈ ਉਹ ਵੀ ਮੈਨੂੰ ਗਲਤ ਲੱਗਿਆ ਜੀ। SGPC ਨੇ ਜਿਹੜੀਆਂ ਆ ਠੇਕੇ ਦੇ ਉੱਤੇ ਦੇ ਦਿੱਤਾ ਹੋਇਆ ਸਾਰਾ ਆਪਣਾ, ਜਿੱਥੇ ਵੀ ਲੋਕ ਪ੍ਰਵਾਸੀ ਲੋਕ ਹੀ ਜ਼ਿਆਦਾ ਕੰਮ ਕਰ ਰਹੇ ਨੇ ਉੱਥੇ, ਤੇ ਉਹ ਠੇਕੇ ਤੇ ਦਿੱਤਾ ਹੋਇਆ। ਜੇਕਰ ਉਹਨੂੰ ਅਸੀਂ ਕਹੀਏ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਅਸੀਂ ਕੰਮ ਕਰਨਾ ਚਾਹੁੰਦੇ ਹਾਂ, ਤੇ ਉਹ ਕਹਿੰਦਾ ਵੀ ਆਹ SGPC ਜਗ੍ਹਾ ਤੇ ਨਹੀਂ ਕਰਨਾ ਹੈਗਾ, ਕਿਤੇ ਬਾਹਰ ਜਾ ਕੇ ਕਿਤੇ ਹੋਰ ਜਗ੍ਹਾ ਤੇ ਕਰ ਲਓ। ਖੈਰ ਤੁਸੀਂ ਉੱਥੋਂ ਛੱਡ ਕੇ ਇੱਥੇ ਆ ਜਾਂਦੇ ਹੋ, ਤੇ ਇੱਥੇ ਕੰਮ ਵਧੀਆ ਹੁਣ ਤੁਹਾਡਾ ਠੀਕ ਹੈ? ਹਾਂਜੀ, ਮਹਾਰਾਜ ਦੀ ਕਿਰਪਾ ਨਾਲ ਠੀਕ ਹੀ ਹੈ ਜੀ। ਇੱਥੇ ਜਾਣੀ ਕਿ ਉੱਥੇ ਨਾਲ ਉਹਦਾ ਕੰਮ ਘਟਿਆ ਹੋਇਆ, ਉੱਥੇ ਟੂਰਿਜ਼ਮ ਪਲੇਸ ਹੈਗੀ ਹੈ, ਜ਼ਿਆਦਾ ਟੂਰਿਸਟ ਹੈਗਾ ਉੱਥੇ, ਤੇ ਇੱਥੇ ਇੰਨਾ ਕੰਮ ਨਹੀਂ ਹੈਗਾ ਜੀ, ਪਰ ਫਿਰ ਵੀ ਅਸੀਂ ਕਰ ਰਹੇ ਹਾਂ। ਪਰ ਹੁਣ ਜੇ ਗੱਲ ਕਰੀਏ, ਤੁਸੀਂ ਕਹਿੰਦੇ ਹੋ ਕਿ 20-25 ਲੱਖ ਜਾਂ 30 ਲੱਖ ਉਹ ਖਰਚਾ ਤੁਹਾਨੂੰ ਦੱਸਦੇ ਸੀ ਉਹ ਲੋਕ ਜਿਨ੍ਹਾਂ ਤੋਂ ਤੁਸੀਂ ਪੁੱਛਿਆ, ਤੁਹਾਡਾ ਫਿਰ ਕਿੰਨਾ ਖਰਚਾ ਆਇਆ ਟੋਟਲ ਇਹਦੇ ਉੱਤੇ? ਮੇਰਾ ਬਾਬਾ ਜੀ ਜ਼ਿਆਦਾ ਨਹੀਂ ਜੀ ਖਰਚਾ ਆਇਆ। ਮੈਂ ਇਹਦੀਆਂ ਆਈਸਕ੍ਰੀਮ ਦੀਆਂ ਮਸ਼ੀਨਾਂ ਵੀ ਆਈਆਂ ਜੀ ਮੇਰੀਆਂ,
ਤੇ ਆ ਬੋਡੀ ਮੇਕਿੰਗ ਹੋਈ ਆ, ਫ੍ਰਿਜ ਵਗੈਰਾ ਆਇਆ ਹੈ ਤੇ ਮਸਾ ਆਇਆ ਹੋਊਗਾ 5-7 ਲੱਖ ਰੁਪਏ ਮਸਾ ਖਰਚਾ ਆਇਆ ਹੋਊਗਾ ਜੀ। 30 ਲੱਖ ਦੇ ਮੁਕਾਬਲੇ 5-7 ਲੱਖ 'ਚ ਤੁਹਾਡਾ ਤਿਆਰ ਹੋ ਗਿਆ, ਹਾਂਜੀ, ਹਾਂਜੀ। ਬਾਕੀ ਸਾਰਾ ਝੂਠ ਸੀ। ਬਾਕੀ ਸਾਰਾ ਝੂਠ ਸੀਗਾ ਜੀ। ਤੇ ਹੁਣ ਤੁਸੀਂ ਇਹ ਤਿਆਰ ਕਰਦੇ ਹੋ ਤਾਂ ਕਿੰਨਾ ਜਿਹੜਾ ਹੈਗਾ ਤਿਆਰ ਕਰਕੇ ਲਿਆਉਂਦੇ ਹੋ, ਕਿੰਨਾ ਤੁਹਾਨੂੰ ਮਾਰਜਨ ਆ ਉਹਦੇ ਵਿੱਚ, ਬੱਚਤ ਕਿੰਨੀ ਕੁ ਹੋ ਜਾਂਦੀ ਹੈ ਜੇ ਪਰਸੈਂਟੇਜ ਦੇ ਹਿਸਾਬ ਨਾਲ ਦੇਖੀਏ? ਮੈਨੂੰ ਲੱਗਦਾ ਬਾਬਾ ਜੀ ਜੇਕਰ ਆਪਾਂ ਇੱਥੇ ਵਧੀਆ ਸੇਲ ਹੋ ਜਾਂਦੀ ਹੈ, ਕਹਿਣ ਦਾ ਭਾਵ ਜੇਕਰ ਮੰਨ ਲਓ ਤੁਸੀਂ 10,000 ਦੀ ਤੁਹਾਡੀ ਸੇਲ ਹੁੰਦੀ ਆ ਤੇ ਤੁਹਾਨੂੰ ਮਾਰਜਨ ਹੈਗਾ ਆ 5,000 ਦਾ ਮਾਰਜਨ, ਅੱਧੋ ਅੱਧ ਮਾਰਜਨ ਹੈਗਾ ਜੀ ਇਸ ਕੰਮ 'ਚ। ਹਾਂਜੀ, ਫਿਰ ਜਿਹੜੇ ਤੁਸੀਂ ਕਹਿੰਦੇ ਵੀ ਕੈਮੀਕਲ ਵੇਚ ਰਹੇ ਆ ਉਹਨਾਂ ਨੂੰ ਕਿੰਨਾ ਮਾਰਜਨ ਹੋਊਗਾ? ਬਾਬਾ ਜੀ ਉਹ ਜਿਹੜੇ ਹੋਰ ਕੰਮ ਕਰ ਰਹੇ ਨੇ, ਜੇ ਉਹ 10,000 ਦੀ ਸੇਲ ਕਰ ਰਹੇ ਨੇ ਤੇ 2,000 ਉਹਨਾਂ ਦਾ ਖਰਚਾ ਆ ਰਿਹਾ ਜੀ ਤੇ 8-8,000 ਉਹ ਕਮਾ ਰਹੇ ਨੇ ਜੀ। ਇੰਨਾ ਕਮਾਇਆ ਜਾ? ਹਾਂਜੀ, ਬਿਕਾਜ਼ ਉਹ ਦੁੱਧ ਨਹੀਂ ਨਾ ਯੂਜ਼ ਕਰ ਰਹੇ ਪ੍ਰੋਪਰ, ਪੂਰਾ ਦੁੱਧ ਨਹੀਂ, ਉਹ ਮਿਲਕ ਪਾਊਡਰ ਲੈ ਰਹੇ ਆ ਤੇ ਮਿਲਕ ਪਾਊਡਰ ਦੇ ਵਿੱਚ ਪਾਣੀ ਐਡ ਕਰ ਰਹੇ ਨੇ, ਤਾਂ ਉਹਦਾ ਘੋਲ ਬਣਾ ਕੇ ਕੈਮੀਕਲ ਬਣਾ ਕੇ ਫਿਰ ਆਈਸਕ੍ਰੀਮ ਤਿਆਰ ਹੋ ਰਹੀ ਹੈ ਜੀ। ਤੁਸੀਂ ਕਿੰਨੀਆਂ ਆਈਟਮਾਂ ਜਿਹੜੀਆਂ ਤਿਆਰ ਕਰਕੇ ਲਿਆਉਂਦੇ ਹੋ ਸਿੰਘ ਸਾਹਿਬ? ਅਸੀਂ ਬਾਬਾ ਜੀ ਇੱਕ ਤਾਂ ਰਬੜੀ ਤਿਆਰ ਕਰਕੇ ਲਿਆ ਰਹੇ ਹਾਂ, ਇੱਕ ਬਦਾਮ ਸ਼ੇਕ ਤਿਆਰ ਕਰਕੇ ਲਿਆ ਰਹੇ ਹਾਂ, ਆਈਸਕ੍ਰੀਮ ਹੋਗੀ ਤੇ ਬਾਕੀ ਆਪਾਂ ਸ਼ੇਕ ਦਿੰਦੇ ਹਾਂ ਤੇ ਟੋਟਲੀ ਸਾਡਾ ਆਰਗੈਨਿਕ ਹੈਗਾ ਜੀ, ਕੋਈ ਇਹਦੇ 'ਚ ਮਿਲਾਵਟ ਨਹੀਂ ਹੈਗੀ। ਤੇ ਤੁਸੀਂ ਮੈਂ ਦੇਖ ਰਿਹਾ ਕਿ ਇਹ ਕੁੱਲੜ ਰੱਖੇ ਹੋਏ ਆ, ਇਹ ਕੁੱਲੜ ਅੱਜ ਕੱਲ ਬਹੁਤ ਥਾਵਾਂ ਤੇ ਯੂਜ਼ ਹੋਣ ਲੱਗੇ, ਕੁੱਲੜ ਪੀਜ਼ਾ ਆ ਗਿਆ, ਹਰੇਕ ਥਾਂ ਦੇ ਉੱਤੇ ਕੁੱਲੜ ਚਾਹ ਆ ਗਈ, ਹੁਣ ਤੁਸੀਂ ਇਹ ਸ਼ੇਕ ਦੇ ਲਈ ਵੀ ਕੁੱਲੜ ਰੱਖ ਲਏ, ਇਹਨਾਂ ਦਾ ਮਤਲਬ ਕੀ ਹੈ, ਮਕਸਦ ਕੀ ਹੈ? ਸਿਰਫ ਇੱਕ ਦਿਖਾਵਾ ਹੈ ਜਾਂ ਕੋਈ ਮਤਲਬ ਵੀ ਹੈਗਾ? ਨਹੀਂ, ਇਹਨਾਂ ਦਾ ਰੀਜ਼ਨ ਹੈ, ਬਹੁਤ ਵੱਡਾ ਰੀਜ਼ਨ ਹੈ। ਇੱਕ ਤਾਂ ਆਪਾਂ ਜਗ੍ਹਾ ਜਗ੍ਹਾ ਤੇ ਦੇਖ ਰਹੇ ਹਾਂ ਪਲਾਸਟਿਕ ਯੂਜ਼ ਹੋ ਰਹੀ ਆ, ਪਲਾਸਟਿਕ ਜਿਹੜੀ ਹੈਗੀ ਸਾਡੀ ਬੋਡੀ ਲਈ ਹਾਰਮਫੁਲ ਆ, ਤੇ ਇਸ ਕਰਕੇ ਅਸੀਂ ਸੋਚ ਰਹੇ ਹਾਂ ਵੀ ਅਸੀਂ ਕੁੱਲੜ ਯੂਜ਼ ਕਰੀਏ ਜਾਂ ਫਿਰ ਕੁਝ ਇਹੋ ਜਿਹਾ ਚੀਜ਼ ਹੋਰ ਯੂਜ਼ ਕਰੀਏ ਜਿਹਦੇ ਨਾਲ ਜਿਹੜੇ ਆਪਾਂ ਪਲਾਸਟਿਕ ਤੋਂ ਰਹਿਤ ਹੋਈਏ ਜੀ, ਪਲਾਸਟਿਕ ਨਾ ਯੂਜ਼ ਕਰਿਆ ਜਾਵੇ। ਤੇ ਸਾਡਾ ਜ਼ਮੀਰ ਨਹੀਂ ਮੰਨਦਾ ਹੈਗਾ ਜੇਕਰ ਆਪਾਂ ਪਲਾਸਟਿਕ ਯੂਜ਼ ਕਰਾਂਗੇ ਤੇ ਦੂਜੇ ਨੂੰ ਨੁਕਸਾਨ ਕੋਈ ਪਹੁੰਚਾਵੇ, ਇੱਕ ਮਜਬੂਰੀ ਬਣ ਜਾਂਦੀ ਆ। ਉਹ ਵੀ ਆ ਛੋਟੇ ਜਿਹੇ ਇੱਕ ਕੰਟੇਨਰ ਰੱਖੇ ਹੋਏ ਆ, ਸਿਰਫ ਇਹਦੇ 'ਚ ਆਪਾਂ ਜੇ ਕਿਸੇ ਨੇ ਮੰਗਿਆ ਤਾਂ ਇਹਦੇ 'ਚ ਆਪਾਂ ਪਾ ਕੇ ਦੇ ਦਿੰਦੇ ਆ, ਬਾਕੀ ਤਾਂ ਅਸੀਂ ਘਰ ਲੈ ਜਾਣ, ਜੇ ਕਿਸੇ ਨੇ ਘਰ ਵੀ ਲੈ ਕੇ ਜਾਣਾ ਹੁੰਦਾ ਤਾਂ ਫਿਰ ਸਾਡੇ ਕੋਲ ਮਟਕੀਆਂ ਹੈਗੀਆਂ, ਅਸੀਂ ਮਟਕੀਆਂ ਤੇ ਯੂਜ਼ ਕਰਦੇ ਹਾਂ। ਜਿੰਨਾ ਸਮਾਨ ਤੁਸੀਂ ਲੈ ਕੇ ਆਉਂਦੇ ਹੋ ਲੱਗ ਜਾਂਦਾ ਰੋਜ਼? ਲੱਗ ਵੀ ਜਾਂਦਾ ਜੀ, ਬਚ ਵੀ ਜਾਂਦਾ ਜੀ, ਜਿਵੇਂ ਹੁਣ ਮੌਸਮ ਖਰਾਬ ਹੋ ਗਿਆ ਜੀ ਫਿਰ ਬਚ ਵੀ ਜਾਂਦਾ ਆ, ਪਰ ਕੋਈ ਨੁਕਸਾਨ ਨਹੀਂ ਹੈਗਾ ਜੀ, ਠੀਕ ਆ ਜੋ ਵੀ ਹੈਗਾ ਠੀਕ ਹੈ ਜੀ। ਤੁਸੀਂ ਇਹ ਪ੍ਰਾਈਸ ਜਿਹੜੇ ਰੱਖੇ ਹੋਏ ਆ ਇੱਥੇ ਦਿਖਾਈ ਦਿੰਦੇ ਆ ਕਿ 20 30 40 50 60 70 80 ਇੰਨੇ ਪ੍ਰਾਈਸ ਰੱਖੇ ਹੋਏ ਤੁਸੀਂ, 20 30 40 50, ਇਹ ਕੁਆਂਟੀਟੀ ਫਿਰ ਅਲੱਗ-ਅਲੱਗ ਹੁੰਦੀ ਹੈ ਜੀ? ਇਹਦੇ ਵਿੱਚ 20 30 40 50 ਦੀ ਅਸੀਂ ਆਈਸਕ੍ਰੀਮ ਦੇ ਰਹੇ ਹਾਂ, ਉਹਦੀ ਕੁਆਂਟੀਟੀ ਦਾ ਵੀ ਫਰਕ ਪੈ ਜਾਂਦਾ ਆ ਤੇ ਬਾਕੀ ਫਲੇਵਰ ਦਾ ਵੀ ਕੁਝ ਫਰਕ ਹੋ ਜਾਂਦਾ। ਜੇਕਰ ਆਪਾਂ ਡਰਾਈ ਫਰੂਟ ਦਈਏ ਕਿਸੇ ਨੂੰ ਫਿਰ ਉਹ 30 ਤੋਂ ਸਟਾਰਟ ਕਰ ਦਿੰਦੇ ਹਾਂ ਅਸੀਂ, ਤੇ ਬਾਕੀ 50 ਤੋਂ ਸਾਡੇ ਰਬੜੀ ਬਦਾਮ ਸ਼ੇਕ ਸਟਾਰਟ ਹੋ ਜਾਂਦੇ ਆ ਜੀ, 50 ਤੋਂ 150 ਤੱਕ ਚਲੇ ਜਾਂਦੇ ਆ ਜੀ। ਪਰ ਜੋ ਵੀ ਹੈਗਾ, ਜਿਹੜੀ ਵੀ ਸੰਗਤ ਛਕ ਰਹੀ ਹੈ ਜੀ, ਤੇ ਸਾਰੇ ਵਧੀਆ ਰਿਸਪੌਂਸ ਮਿਲ ਰਿਹਾ ਜੀ ਸਾਨੂੰ। ਹੁਣ ਤੁਸੀਂ ਇਹ ਕੰਮ ਆਪਣੇ ਤੌਰ ਤੇ ਸ਼ੁਰੂ ਕੀਤਾ, ਤੁਸੀਂ ਗੱਡੀ ਲੈ ਕੇ ਆਉਂਦੇ ਹੋ, ਆਪ ਸਮਾਨ ਵੀ ਬਣਾਉਂਦੇ ਹੋ, ਕਿੰਨੇ ਬੰਦਿਆਂ ਦੀ ਜ਼ਰੂਰਤ ਹੁੰਦੀ ਹੈ ਇਹ ਹੁਣ ਜਿਹੜਾ ਤੁਹਾਡੀ ਇੱਕ ਕਾਊਂਟਰ ਦਾ ਸਮਾਨ ਤਿਆਰ ਕਰਨ ਦੇ ਲਈ? ਬਾਬਾ ਜੀ ਜੇਕਰ ਘਰ ਦੇ ਸਾਥ ਦੇਣ ਫਿਰ ਤਾਂ ਕੋਈ ਬੰਦੇ ਦੀ ਲੋੜ ਨਹੀਂ ਹੈਗੀ। ਜੇਕਰ ਤੁਸੀਂ ਇਕੱਲਿਆਂ ਨਾਲ ਕੰਮ ਸ਼ੁਰੂ ਕਰਨਾ ਫਿਰ ਤੁਸੀਂ ਇੱਕ ਅੱਧਾ ਬੰਦਾ ਰੱਖ ਸਕਦੇ ਹੋ, ਇੱਕ ਜਾਂ ਦੋ ਬੰਦੇ ਨਾਲ ਕੰਮ ਵਧੀਆ ਚੱਲ ਪੈਂਦਾ ਜੀ। ਸੋ ਬਿਲਕੁਲ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਉਹ ਕਹਿ ਰਹੇ ਕਿ ਹੁਣ ਪੰਜਾਬ ਦੇ ਵਿੱਚ ਰੋਜ਼ਗਾਰ ਨਹੀਂ ਰਿਹਾ, ਪੰਜਾਬ ਦੇ ਵਿੱਚ ਕੰਮ ਕਰਕੇ ਕੋਈ ਮੁਨਾਫਾ ਨਹੀਂ ਮਿਲਦਾ, ਇਸੇ ਕਰਕੇ ਫਲਾਈਟਾਂ ਭਰੀਆਂ ਹੋਈਆਂ ਬਾਹਰਾਂ ਨੂੰ ਜਾ ਰਹੀਆਂ, ਵਿਦੇਸ਼ਾਂ ਨੂੰ ਜਾ ਰਹੀਆਂ, ਪਰ ਉਸ ਦੇ ਨਾਲ ਟ੍ਰੇਨਾਂ ਭਰੀਆਂ ਹੋਈਆਂ ਪੰਜਾਬ ਨੂੰ ਵੀ ਆ ਰਹੀਆਂ। ਮੈਂ ਪਹਿਲਾਂ ਵੀ ਗੱਲ ਕੀਤੀ ਹੈ, ਪਰ ਉਹਨਾਂ ਨੂੰ ਕਿੰਨਾ ਕੁ ਮੁਨਾਫਾ ਹੋ ਰਿਹਾ ਹੈ? ਸਿੰਘ ਸਾਹਿਬ ਦੇ ਦੱਸਣ ਮੁਤਾਬਕ ਇਹ ਬੜਾ ਹੈਰਾਨ ਕਰਨ ਵਾਲਾ ਸੱਚ ਹੈ ਕਿ 50% ਮੁਨਾਫਾ ਜੇ ਇਹ ਲੈ ਰਹੇ ਆ ਸ਼ੁੱਧ ਪ੍ਰੋਡਕਟ ਵੇਚ ਕੇ ਵੀ, ਤਾਂ 70 ਤੋਂ 80% ਮੁਨਾਫਾ ਉਹ ਲੋਕ ਲੈ ਰਹੇ ਆ। ਤੇ ਹਰ ਥਾਂ ਦੇ ਉੱਤੇ ਦੁਕਾਨਾਂ ਲੱਗੀਆਂ ਹੋਈਆਂ, ਹਰ ਥਾਂ ਦੇ ਉੱਤੇ ਰੇਹੜੀਆਂ ਲੱਗੀਆਂ ਹੋਈਆਂ, ਪਰ ਉਹਨਾਂ ਦੇ ਉੱਤੇ ਪੰਜਾਬ ਦੇ ਲੋਕ ਬਹੁਤ ਘੱਟ ਦੇਖਣ ਵਾਲੇ ਮਿਲਦੇ ਆ, ਆਮ ਤੌਰ ਤੇ ਪ੍ਰਵਾਸੀ ਦੇਖਣ ਵਾਲੇ ਮਿਲਦੇ ਆ। ਤੁਸੀਂ ਕਹਿ ਦਿੱਤਾ ਵੀ ਮੁਨਾਫਾ ਬਹੁਤ ਹੋ ਰਿਹਾ, ਸਾਰੀਆਂ ਗੱਲਾਂ ਦੱਸਤੀਆਂ, ਪਰ ਤੁਸੀਂ ਤਾਂ ਆਪ ਬੜੀ ਮੁਸ਼ਕਿਲ ਨਾਲ ਸਿੱਖਿਆ। ਹੁਣ ਤੁਹਾਡੀ ਵੀ ਉਹ ਗੱਲ ਤਾਂ ਨਹੀਂ ਰਹੂਗੀ ਵੀ ਜੇ ਤੁਹਾਡੇ ਕੋਲ ਕੋਈ ਆ ਕੇ ਪੁੱਛੇ ਵੀ ਸਰਦਾਰ ਸਾਹਿਬ ਕਿੰਨਾ ਖਰਚ ਆ ਗਿਆ, ਜਾਂ ਮੈਨੂੰ ਤੁਸੀਂ ਦੱਸ ਦੋਗੇ ਕਿੱਦਾਂ ਤਿਆਰ ਹੁੰਦਾ, ਤੁਸੀਂ ਵੀ ਕਹੋ ਵੀ ਪਹਿਲਾਂ ਮੇਰੇ ਜੂਠੇ ਭਾਂਡੇ ਮਾਂਜ ਫਿਰ ਮੈਂ ਸਿਖਾਊਂਗਾ? ਨਹੀਂ ਜੀ, ਬਿਲਕੁਲ ਨਹੀਂ, ਬਿਕਾਜ਼ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਪੰਜਾਬੀ ਕੰਮ ਕਰਨ ਤੇ ਜਿਹੜੇ ਪ੍ਰਵਾਸੀ ਲੋਕ ਆ ਕੇ ਇੱਥੇ ਬਹੁਤ ਜ਼ਿਆਦਾ ਕੈਮੀਕਲ ਰਾਹੀਂ ਜੋ ਵੀ ਚੀਜ਼ ਤਿਆਰ ਕਰ ਰਹੇ ਆ ਉਹ ਤੋਂ ਰਹਿਤ ਹੋਵੇ, ਹੈ ਨਾ, ਜੋ ਵੀ ਛਕ ਰਹੇ ਨੇ ਉਹਨੂੰ। ਤੇ ਸਾਡੇ ਵਰਗੇ ਵੀ ਜਾਂਦੇ ਆ ਕਿਤੇ ਵੀ, ਜਦੋਂ ਅਸੀਂ ਦੇਖਦੇ ਹਾਂ ਵੀ ਜਿਹੜਾ ਪ੍ਰਵਾਸੀ ਬੰਦਾ ਹੈਗਾ ਆ ਉਹ ਬੀੜੀ ਸਿਗਰਟ ਤੇ ਤੰਬਾਕੂ ਖਾ ਪੀ ਕੇ ਤੇ ਕੰਮ ਕਰ ਰਿਹਾ, ਅਸੀਂ ਉਹਦੇ ਕੋਲ ਖਾ ਨਹੀਂ ਸਕਦੇ ਜੀ। ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਆਪਣੇ ਪੰਜਾਬੀ ਕੰਮ ਕਰਨ, ਪੰਜਾਬੀ ਕੋਲ ਇੱਕ ਤਾਂ ਹੱਸ ਕੇ ਆਉਣਗੇ। ਜਿੱਥੇ ਪ੍ਰਵਾਸੀ ਲੋਕਾਂ ਦੀਆਂ 10 ਰੇਹੜੀਆਂ ਲੱਗੀਆਂ ਨੇ, ਪਰ ਜੇ ਪੰਜਾਬੀ ਬੰਦਾ ਇੱਕ ਰੇਹੜੀ ਲੱਗ ਜਾਵੇ ਨਾ, ਉਹ 10 ਫੇਲ ਹੋ ਜਾਣਗੇ। ਤੁਸੀਂ ਪੰਜਾਬੀਆਂ ਨੂੰ ਤਾਂ ਪ੍ਰਮੋਟ ਕਰ ਰਹੇ ਹੋ, ਪਰ ਇਹਦਾ ਮਤਲਬ ਇਹ ਤਾਂ ਨਹੀਂ ਵੀ ਤੁਹਾਨੂੰ ਪ੍ਰਵਾਸੀਆਂ ਦੇ ਨਾਲ ਨਫ਼ਰਤ ਹੈ ਕੋਈ?
ਨਹੀਂ ਮੈਨੂੰ ਨਫ਼ਰਤ ਕੋਈ ਨਹੀਂ ਹੈਗੀ। ਇੱਥੇ ਵੀ ਪ੍ਰਵਾਸੀ ਲੋਕ ਖੜੇ ਨਹੀਂ, ਅਸੀਂ ਕਿਸੇ ਨੂੰ ਕੁਝ ਨਹੀਂ ਕਿਹਾ ਹੈਗਾ। ਉਹਨਾਂ ਦੇ ਆਪਣੇ ਕਰਮ ਨੇ, ਸਾਡੇ ਆਪਣੇ ਕਰਮ ਨੇ, ਆਪੋ ਆਪਣੇ ਕਰਮਾਂ ਦਾ ਖਾਣਾ ਹੈ ਜੀ। ਜਿਹਨੇ ਜਿਹੜਾ ਕੰਮ ਕਰਨਾ ਤੇ ਕਰ ਸਕਦਾ ਆ, ਸਾਨੂੰ ਕੋਈ ਨਫ਼ਰਤ ਨਹੀਂ ਪਰ ਹੈਗੀ। ਇਹਦੇ ਵਿੱਚੋਂ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਲੋਕ ਜਿਹੜੇ ਹੈਗੇ ਆਪਣੇ ਕਾਰੋਬਾਰ ਕਰਨ? ਹਾਂਜੀ ਬਿਲਕੁਲ ਚਾਹੁੰਦੇ ਆ ਜੀ। ਤੇ ਜਿਹੜੇ ਲੋਕ ਬਾਹਰ ਜਾ ਰਹੇ ਨੇ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਤੇ ਵਾਪਸ ਮੁੜ ਆਓ। ਤੇ ਜੇਕਰ ਆਪਾਂ ਬਾਹਰ ਜਾਈਏ ਤੇ ਜਿਹੜੇ ਆਪਾਂ ਪੰਜਾਬ ਦੇ ਵਿੱਚ ਕੁਝ ਜਣੇ ਰਹਿ ਜਾਣੇ ਆ ਨਾ, ਤੇ ਉਹਨਾਂ ਦਾ ਤਾਂ ਬਹੁਤ ਮਾੜਾ ਹਾਲ ਹੋ ਵੀ ਰਿਹਾ ਤੇ ਹੋਣਾ ਵੀ ਆ। ਕਿਉਂਕਿ ਜਿਹੜੇ ਪ੍ਰਵਾਸੀ ਲੋਕ ਨੇ ਅੱਜ ਦੇ ਟਾਈਮ 'ਚ ਸਾਡੇ ਜੁੱਤੀਆਂ ਮਾਰ ਰਹੇ ਨੇ, ਉਹ ਸਾਰਾ ਸੋਸ਼ਲ ਮੀਡੀਆ 'ਤੇ ਦਿਖਾਇਆ ਜਾ ਰਿਹਾ। ਤੇ ਜਿਹੜੇ ਪੰਜਾਬੀ ਬਾਹਰ ਚਲੇ ਗਏ, ਜੇਕਰ ਉਹ ਵਾਪਸ ਪਰਤਣਾ ਚਾਹੁੰਦੇ ਹੋਵੇ, ਉਹ ਇਹੋ ਜਿਹੇ ਘੇਰੇ ਦੇ ਵਿੱਚ ਫਸ ਜਾਣਗੇ, ਉਹ ਵਾਪਸ ਨਹੀਂ ਆ ਸਕਦੇ। ਜੇਕਰ ਉਹ ਵਾਪਸ ਆ ਗਏ ਤੇ ਉਹਨਾਂ ਦੇ ਇੱਥੇ ਆ ਕੇ ਵੀ ਜੁੱਤੀਆਂ ਮਾਰਨਗੇ ਪ੍ਰਵਾਸੀ ਲੋਕ। ਤੇ ਇੰਨਾ ਮਤਲਬ ਇਹਨਾਂ ਦਾ ਰਾਜ ਹੋ ਚੁੱਕਿਆ ਜੀ। ਸੋ ਬਿਲਕੁਲ ਆਪਣੇ ਵਿਚਾਰ ਸਿੰਘ ਸਾਹਿਬ ਨੇ ਰੱਖੇ ਆ। ਤੇ ਫਿਰ ਗੱਲ ਉੱਥੇ ਆ ਜਾਂਦੀ ਹੈ ਕਿ ਜੋ ਲੋਕ ਰੋਜ਼ਗਾਰ ਨਾ ਹੋਣ ਦਾ ਪੰਜਾਬ ਦੇ ਵਿੱਚ ਬਹਾਨਾ ਲਾ ਕੇ ਪੰਜਾਬ ਨੂੰ ਛੱਡ ਕੇ ਜਾ ਰਹੇ ਆ, ਉਹਨਾਂ ਦੇ ਲਈ ਇੱਕ ਵੱਡੀ ਸੇਧ ਦੇਣ ਵਾਲੀ ਗੱਲ ਹੈ। ਤੇ ਅਸੀਂ ਇਸ ਸਮੇਂ ਕਿਸਾਨ ਮੰਡੀ ਦੇ ਵਿੱਚ ਖੜੇ ਹਾਂ। ਜਿਹੋ ਜਿਹੀਆਂ ਗੱਲਾਂ ਸਿੰਘ ਸਾਹਿਬ ਨੇ ਕੀਤੀਆਂ, ਤਾਂ ਇੱਥੇ ਵੀ ਮੰਡੀ ਦੇ ਵਿੱਚ ਵੀ ਉਹੀ ਦੇਖਣ ਨੂੰ ਮਿਲਦਾ ਹੈ। ਖਰੀਦਦਾਰ ਬਹੁਤੇ ਤੁਹਾਨੂੰ ਪੰਜਾਬੀ ਇੱਥੇ ਦੇਖਣ ਨੂੰ ਮਿਲ ਸਕਦੇ ਆ, ਪਰ ਵੇਚਦਾਰਾਂ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਲੰਮੀ ਲਿਸਟ ਪੰਜਾਬੀਆਂ ਦੀ ਥਾਂ ਦੇ ਉੱਤੇ ਪ੍ਰਵਾਸੀ ਲੋਕਾਂ ਦੀ ਹੈ। ਪੰਜਾਬੀ ਕਿਸਾਨ ਜਿੱਥੇ ਕਿਸਾਨ ਮੰਡੀਆਂ ਨੂੰ ਵੀ ਛੱਡ ਚੁੱਕੇ ਆ, ਹੁਣ ਕਿਸਾਨ ਮੰਡੀਆਂ ਵੀ ਜਿਹੜੀਆਂ ਹੈਗੀਆਂ ਉਹ ਵੀ ਪੰਜਾਬੀਆਂ ਤੋਂ ਊਣੀਆਂ ਹੋ ਚੁੱਕੀਆਂ, ਪੰਜਾਬੀਆਂ ਤੋਂ ਵਿਹੂਣੀਆਂ ਹੋ ਚੁੱਕੀਆਂ। ਹੁਣ ਪੰਜਾਬੀ ਕਿਸਾਨ ਮੰਡੀਆਂ ਦੇ ਵਿੱਚ ਵੀ ਦਿਖਾਈ ਨਹੀਂ ਦਿੰਦੇ। ਪਰ ਲੋੜ ਹੈ, ਜੇਕਰ ਬਾਹਰ ਤੋਂ ਆ ਕੇ ਕੋਈ ਕਿਸੇ ਹੋਰ ਸੂਬੇ ਤੋਂ ਆ ਕੇ ਇੱਥੇ ਮੁਨਾਫਾ ਕਮਾ ਸਕਦਾ ਹੈ, ਇੱਥੋਂ ਆਮਦਨ ਉਹਨਾਂ ਨੂੰ ਹੋ ਸਕਦੀ ਹੈ, ਤਾਂ ਅਸੀਂ ਲੋਕ ਇਹਨਾਂ ਕਿੱਤਿਆਂ ਨੂੰ ਕਿਉਂ ਨਹੀਂ ਅਪਣਾ ਸਕਦੇ? ਸੋ ਇਹ ਸਾਡੇ ਦੇ ਉੱਤੇ ਵੱਡੇ ਸਵਾਲ ਖੜੇ ਹੁੰਦੇ ਆ। ਸਿੰਘ ਸਾਹਿਬ ਨੇ ਜਿਹੜੀਆਂ ਗੱਲਾਂ ਕੀਤੀਆਂ, ਇਹ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗੀਆਂ? ਇਹਨਾਂ ਦੇ ਵਿੱਚੋਂ ਤੁਹਾਨੂੰ ਕੀ ਸਿੱਖਣ ਲਈ ਮਿਲਿਆ? ਜਾਂ ਤੁਹਾਡੇ ਇਸ ਪੂਰੀ ਗੱਲਬਾਤ ਦੇ ਲਈ ਕੀ ਸਵਾਲ ਹੈ? ਆਪਣੀਆਂ ਟਿੱਪਣੀਆਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ। ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ।